ਸਭ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਅੱਜ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਪੰਜਾਬੀ ਵਿਆਕਰਨ ਦੇ ਨਵੇਂ ਟੌਪਿਕ ਅਗੇਤਰ ਤੇ, ਜਿਵੇਂ ਕਿ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ। ਅਗੇਤਰ ਬਾਰੇ ਗੱਲ ਕਰਾਂਗੇ। ਅਗੇਤਰ ਕੀ ਹੁੰਦਾ ਹੈ ਤੇ ਕਿਹੜੀ ਸ਼ਬਦ ਸ਼੍ਰੇਣੀ ਦੇ ਅਧੀਨ ਆਉਂਦਾ ਹੈ, ਤੇ ਇਸ ਤੋਂ ਇਲਾਵਾ ਅਗੇਤਰਾਂ ਦੀਆਂ ਉਦਾਹਰਨਾਂ ਬਾਰੇ ਗੱਲ ਕਰਾਂਗੇ ਤੇ ਅਖੀਰ ਦੇ ਵਿੱਚ ਕਿਸ ਤਰੀਕੇ ਦੇ MCQs ਪ੍ਰੀਖਿਆ ਦੇ ਵਿੱਚ ਤੁਹਾਡੇ ਤੋਂ ਅਗੇਤਰਾਂ ਬਾਰੇ ਪੁੱਛੇ ਜਾ ਸਕਦੇ ਆ। ਤਾਂ ਸਭ ਤੋਂ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਜੋ ਅਗੇਤਰ ਹੈ ਉਹ ਸ਼ਬਦ ਰਚਨਾ ਦੇ ਅਧੀਨ ਹੀ ਆਉਂਦੇ ਆ, ਭਾਵ ਸ਼ਬਦ ਰਚਨਾ ਦਾ ਹੀ ਇੱਕ ਭਾਵ ਹੈ। ਸ਼ਬਦ ਰਚਨਾ ਤੋਂ ਭਾਵ ਹੈ ਕਿ ਕਿਸੇ ਬੋਲੀ ਦੇ ਵਿੱਚ ਸ਼ਬਦਾਂ ਦੀ ਰਚਨਾ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ। ਇਹ ਮੁੱਢਲੀ ਜਾਣਕਾਰੀ ਹੈ, ਜਾਣਕਾਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸ਼ਬਦ ਰਚਨਾ ਕੀ ਹੈ? ਕਿਸੇ ਬੋਲੀ ਦੇ ਵਿੱਚ ਵਰਤੇ ਜਾਂਦੇ ਸ਼ਬਦ ਦੋ ਤਰੀਕੇ ਦੇ ਹੁੰਦੇ ਨੇ, ਪਹਿਲੇ ਮੂਲ ਸ਼ਬਦ ਤੇ ਦੂਸਰੇ ਰਚਿਤ ਸ਼ਬਦ। ਮੂਲ ਸ਼ਬਦਾਂ ਤੋਂ ਕੀ ਭਾਵ ਹੈ? ਜਿਹੜੇ ਸ਼ਬਦਾਂ ਨੂੰ ਕਿਸੇ ਹੋਰ ਸ਼ਬਦ ਤੋਂ ਮਿਲ ਕੇ ਨਾਂ ਬਣਾਇਆ ਹੋਵੇ, ਭਾਵ ਆਪਣੇ ਆਪ ਦੇ ਵਿੱਚੋਂ ਸੁਤੰਤਰ ਹੋਣ, ਇੱਕੋ ਹੀ ਭਾਗ ਉਹਨਾਂ ਦਾ ਹੋਵੇ, ਦੋ ਭਾਗਾਂ ਦੇ ਵਿੱਚ ਉਹਨਾਂ ਨੂੰ ਨਾ ਵੰਡ ਸਕੀ ਹੋਈ ਹੈ ਤੇ ਉਹਨਾਂ ਦਾ ਇੱਕੋ ਹੀ ਅਰਥ ਹੋਵੇ। ਜਿਸ ਤਰੀਕੇ ਦੇ ਨਾਲ ਉਦਾਹਰਨ ਦਿੱਤੀ ਹੋਈ ਹੈ, ਖਾ, ਰੋਗ, ਘਰ, ਪੜ੍ਹ ਆ। ਜਿੰਨੀਆਂ ਵੀ ਉਦਾਹਰਨਾਂ ਆਪਾਂ ਇੱਥੇ ਦੇਖੀਆਂ ਨੇ ਤਾਂ ਸਾਰਿਆਂ ਦਾ ਆਪਣੇ ਆਪ ਦੇ ਵਿੱਚ ਸੁਤੰਤਰ ਅਰਥ ਹੈ ਤੇ ਇਹਨਾਂ ਸ਼ਬਦਾਂ ਨੂੰ ਆਪਾਂ ਦੋ ਅੰਗਾਂ, ਦੋ ਭਾਗਾਂ ਦੇ ਵਿੱਚ ਨਹੀਂ ਵੰਡ ਸਕਦੇ। ਚੱਲਦੇ ਹਾਂ ਦੂਜੀ ਕਿਸਮ ਦੇ ਸ਼ਬਦ ਜੋ ਹੁੰਦੇ ਆ ਰਚਿਤ ਸ਼ਬਦ। ਰਚਿਤ ਤੋਂ ਭਾਵ ਹੈ ਜਿਨ੍ਹਾਂ ਦੀ ਰਚਨਾ ਕਿਸੇ ਹੋਰ ਸ਼ਬਦ ਦੇ ਨਾਲ ਮਿਲ ਕੇ ਕੀਤੀ ਗਈ ਹੋਵੇ। ਤਾਂ ਜਿਹੜੇ ਸ਼ਬਦਾਂ ਨੂੰ ਕਿਸੇ ਹੋਰ ਸ਼ਬਦ ਦੀ ਸਹਾਇਤਾ ਨਾਲ ਮਿਲ ਕੇ ਬਣਾਇਆ ਗਿਆ ਹੋਵੇ ਉਹਨਾਂ ਨੂੰ ਰਚਿਤ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਮੂਲ ਸ਼ਬਦ ਖਾ ਤੋਂ ਦੂਸਰਾ ਸ਼ਬਦ ਬਣਿਆ ਹੈ ਖਾਓ, ਜਾਂ ਖਾਧਾ, ਜਾਂ ਖਾਵਾਂਗੇ, ਖਾਣਾ। ਤਾਂ ਤੁਸੀਂ ਦੇਖੋਗੇ ਕਿ ਮੂਲ ਸ਼ਬਦ ਖਾ ਤੋਂ ਕਿੰਨੇ ਸ਼ਬਦ ਬਣੇ ਤੇ ਇਹਨਾਂ ਸਾਰੇ ਸ਼ਬਦਾਂ ਦਾ ਵੱਖਰਾ ਵੱਖਰਾ ਅਰਥ ਹੈ। ਇਸੇ ਤਰੀਕੇ ਦੇ ਨਾਲ ਰੋਗ ਤੋਂ ਰੋਗੀ ਬਣਾਇਆ ਗਿਆ ਹੈ, ਅਰੋਗ ਬਣਾਇਆ ਗਿਆ ਹੈ ਤੇ ਅਰੋਗਤਾ ਬਣਾਇਆ ਗਿਆ ਹੈ। ਇਸੇ ਤਰੀਕੇ ਦੇ ਨਾਲ ਹੀ ਮੂਲ ਸ਼ਬਦ ਘਰ ਤੋਂ ਬਣਿਆ ਬੇਘਰ, ਘਰ ਤੋਂ ਬਣਿਆ ਘਰੇਲੂ, ਪੜ੍ਹ ਤੋਂ ਬਣਿਆ ਪੜ੍ਹਨਾ, ਪੜ੍ਹਾਓ, ਪੜ੍ਹਾਈ, ਅਨਪੜ੍ਹ, ਪੜ੍ਹਾਉਣਾ ਜਾਂ ਪੜ੍ਹਿਆ ਆਦਿ। ਤਾਂ ਮੇਰੇ ਖਿਆਲ ਨਾਲ ਤੁਹਾਨੂੰ ਮੂਲ ਸ਼ਬਦ ਤੇ ਰਚਿਤ ਸ਼ਬਦ ਬਾਰੇ ਸਪਸ਼ਟ ਹੋ ਗਿਆ ਹੋਣਾ ਕਿ ਇਹ ਹੁੰਦੇ ਕੀ ਨੇ। ਇਸ ਤੋਂ ਅੱਗੇ ਫਰਦਰ ਵੰਡ ਕੀਤੀ ਗਈ ਹੈ ਰਚਿਤ ਸ਼ਬਦਾਂ ਦੀ। ਰਚਿਤ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਨੇ ਅੱਗੇ। ਕਿਹੜੇ ਕਿਹੜੇ? ਪਹਿਲੇ ਸਮਾਸੀ ਸ਼ਬਦ, ਦੂਸਰੇ ਉਤਪੰਨ ਸ਼ਬਦ। ਸਮਾਸੀ ਸ਼ਬਦ ਕਿਹੜੇ ਹੁੰਦੇ ਆ? ਕਿ ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਤੋਂ ਬਣੇ ਹੋਣ, ਭਾਵ ਦੋ ਵੱਖਰੇ ਵੱਖਰੇ ਮੂਲ ਸ਼ਬਦ ਹੋਣਗੇ ਤੇ ਉਹਨਾਂ ਦਾ ਵੱਖਰਾ ਵੱਖਰਾ ਅਰਥ ਹੋਊਗਾ। ਉਹਨਾਂ ਦੋਨਾਂ ਮੂਲ ਸ਼ਬਦਾਂ ਨੂੰ ਮਿਲਾ ਕੇ ਇੱਕ ਵੱਖਰਾ ਸ਼ਬਦ ਬਣੇਗਾ ਜਿਸ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ। ਉਦਾਹਰਨ ਤੁਹਾਡੇ ਸਾਹਮਣੇ ਹੈ। ਪਹਿਲਾ ਮੂਲ ਸ਼ਬਦ ਹੈ ਹੱਸ, ਦੂਸਰਾ ਮੂਲ ਸ਼ਬਦ ਹੈ ਮੁਖ, ਤਾਂ ਦੋਨਾਂ ਤੋਂ ਬਣਿਆ ਹਸਮੁਖ। ਇਸੇ ਤਰੀਕੇ ਦੇ ਨਾਲ ਲੋਕ ਤੇ ਰਾਜ, ਦੋਨਾਂ ਦਾ ਆਪਣੇ ਆਪ ਦੇ ਵਿੱਚ ਮੂਲ ਸ਼ਬਦ ਦਾ ਵੱਖਰਾ ਅਰਥ ਹੈ, ਪਰੰਤੂ ਜਦੋਂ ਦੋਨਾਂ ਨੂੰ ਮਿਲ ਕੇ ਲੋਕ ਰਾਜ ਬਣਾਇਆ ਗਿਆ ਤਾਂ ਇਹ ਸਮਾਸੀ ਸ਼ਬਦ ਬਣ ਗਿਆ ਤੇ ਇਹਦਾ ਇੱਕ ਅਲੱਗ ਅਰਥ ਬਣਦਾ ਹੈ। ਇਸੇ ਤਰੀਕੇ ਦੇ ਨਾਲ ਬਾਕੀ ਉਦਾਹਰਨਾਂ ਵੀ ਤੁਸੀਂ ਦੇਖ ਸਕਦੇ ਹੋ। ਤਾਂ ਪਹਿਲੀ ਰਚਿਤ ਸ਼ਬਦਾਂ ਦੀ ਕਿਸਮ ਸੀ ਸਮਾਸੀ ਸ਼ਬਦ ਤੇ ਦੂਸਰੀ ਕਿਸਮ ਹੈ ਉਤਪੰਨ ਸ਼ਬਦ। ਉਤਪੰਨ ਸ਼ਬਦ ਕਿਹੜੇ ਹੋਣਗੇ? ਜਿਹੜੇ ਸ਼ਬਦਾਂ ਨੂੰ ਮੂਲ ਸ਼ਬਦਾਂ ਦੇ ਨਾਲ ਸ਼ਬਦਾਂਸ਼ ਦੇ ਵਜੋਂ, ਸ਼ਬਦਾਂਸ਼ ਭਾਵ ਸ਼ਬਦ ਦਾ ਛੋਟਾ ਜਿਹਾ ਅੰਸ਼ ਜਿਹੜਾ ਕਿ ਮੁੱਢ ਦੇ ਵਿੱਚ ਲੱਗਿਆ ਹੋਵੇ ਜਿਵੇਂ ਅਗੇਤਰ, ਤੇ ਅੰਤ ਦੇ ਵਿੱਚ ਲੱਗਿਆ ਹੋਵੇ ਜਿਵੇਂ ਪਿਛੇਤਰ, ਜਾਂ ਫਿਰ ਕਿਸੇ ਸ਼ਬਦ ਦੇ ਨਾਲ ਇਹ ਦੋਨੋਂ ਹੀ ਲੱਗੇ ਹੋਣ ਅਗੇਤਰ ਤੇ ਪਿਛੇਤਰ, ਤਾਂ ਨਵਾਂ ਸ਼ਬਦ ਬਣਾਇਆ ਗਿਆ ਹੋਵੇ, ਉਹਨਾਂ ਨੂੰ ਉਤਪੰਨ ਸ਼ਬਦ ਆਖਿਆ ਜਾਂਦਾ ਹੈ। ਭਾਵ ਉਤਪੰਨ ਸ਼ਬਦ ਰਚਿਤ ਸ਼ਬਦਾਂ ਦੀ ਦੂਸਰੀ ਸ਼੍ਰੇਣੀ ਹੈ, ਦੂਸਰੀ ਕਿਸਮ ਹੈ। ਉਦਾਹਰਨਾਂ ਦੇ ਵਿੱਚ ਆਪਾਂ ਦੇਖ ਲਈਏ, ਜਿਵੇਂ ਰੋਗ ਤੋਂ ਅਰੋਗ ਆਪਾਂ ਬਣਾਇਆ ਸੀ, ਇਹ ਨਵਾਂ ਰਚਿਤ ਸ਼ਬਦ ਸੀ ਪਰ ਇਹ ਉਤਪੰਨ ਸ਼ਬਦ ਹੈ ਕਿਉਂਕਿ ਇਸ ਨੂੰ ਆਪਾਂ ਮੁੱਢ ਦੇ ਵਿੱਚ ਆੜਾ ਲਾ ਕੇ ਅਗੇਤਰ ਲਗਾ ਕੇ ਇੱਕ ਨਵਾਂ ਸ਼ਬਦ ਬਣਾਇਆ ਹੈ। ਇਸੇ ਤਰੀਕੇ ਦੇ ਨਾਲ ਰੋਗ ਤੋਂ ਜੋ ਅਰੋਗਤਾ ਆਪਾਂ ਬਣਾਇਆ ਸੀ, ਇਸ ਦੇ ਨਾਲ ਦੋਨੋਂ ਹੀ ਅਗੇਤਰ ਵੀ ਲੱਗਾ ਹੈ ਤੇ ਨਾਲ ਪਿਛੇਤਰ ਵੀ ਲੱਗਾ ਹੈ, ਤਾਂ ਦੋਨਾਂ ਦਾ ਵੱਖਰਾ ਅਰਥ ਬਣਿਆ। ਪਹਿਲਾਂ ਆਪਾਂ ਅਗੇਤਰ ਲਗਾਇਆ ਸੀ ਤਾਂ ਸਿਰਫ ਅਰੋਗ ਸ਼ਬਦ ਬਣਿਆ ਸੀ, ਉਸਦਾ ਵੱਖਰਾ ਅਰਥ ਸੀ, ਤੇ ਅਰੋਗਤਾ ਦੇ ਨਾਲ ਆਪਾਂ ਅਗੇਤਰ ਵੀ ਲਗਾਇਆ ਤੇ ਪਿਛੇਤਰ ਵੀ ਲਗਾਇਆ ਤਾਂ ਨਵਾਂ ਸ਼ਬਦ ਬਣਿਆ ਅਰੋਗਤਾ। ਇਸੇ ਤਰੀਕੇ ਦੇ ਨਾਲ ਪੁੱਤ ਤੋਂ ਸੱਸਾ ਅਗੇਤਰ ਲਗਾ ਕੇ ਸਪੁੱਤ
ਜਾਂ ਕੱਕਾ ਅਗੇਤਰ ਲਾ ਕੇ ਕਪੁੱਤ। ਇਸ ਤਰੀਕੇ ਦੇ ਨਾਲ ਨਵੇਂ ਸ਼ਬਦ ਹੈ ਜਿਹੜੇ ਉਹ ਬਣਾਏ ਜਾ ਸਕਦੇ ਆ। ਸਮਾਸੀ ਸ਼ਬਦਾਂ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰ ਲਈਏ। ਦੋ ਜਾਂ ਦੋ ਤੋਂ ਵੱਧ ਮੂਲ ਸ਼ਬਦਾਂ ਤੋਂ ਬਣੇ ਹੋਏ ਸ਼ਬਦ ਨੂੰ ਆਪਾਂ ਸਮਾਸੀ ਸ਼ਬਦ ਕਹਿੰਦੇ ਹਾਂ। ਸਮਾਸੀ ਸ਼ਬਦ ਬਣਾਉਣ ਵੇਲੇ ਕੀ ਕੀਤਾ ਜਾਊਗਾ, ਸੰਬੰਧਕ ਤੇ ਯੋਜਕ ਨਹੀਂ ਹੋਣਗੇ ਉਸ ਸ਼ਬਦ ਦੇ ਨਾਲ, ਤੇ ਉਹਨਾਂ ਸ਼ਬਦਾਂ ਨੂੰ ਜੋੜਨੀ ਦੇ ਨਾਲ ਜੋੜਿਆ ਜਾਵੇਗਾ। ਤੇ ਕਈ ਵਾਰ ਜ਼ਿਆਦਾਤਰ ਕੀ ਹੋਊਗਾ ਕਿ ਸਾਰੇ ਸ਼ਬਦਾਂ ਦੇ ਵਿੱਚ ਦੱਸੀ ਜਾਣ ਵਾਲੀ ਇੱਕੋ ਸ਼ਬਦ ਰਾਹੀਂ ਜੋ ਗੱਲ ਹੈ ਉਹ ਇੱਕ ਸ਼ਬਦ ਦੇ ਰਾਹੀਂ ਪ੍ਰਗਟ ਕੀਤੀ ਜਾਂਦੀ ਹੈ। ਉਸ ਤਰੀਕੇ ਦੇ ਨਾਲ ਵੀ ਸਮਾਸੀ ਸ਼ਬਦ ਬਣਦੇ ਨੇ। ਜਿਵੇਂ ਇਹ ਬਹੁਤ ਵੱਡੀ ਗੱਲ ਹੈ ਕਿ ਹਰ ਇੱਕ ਨੂੰ ਪਿਆਰਾ ਲੱਗਣ ਵਾਲਾ। ਬੋਲਣ ਸਮੇਂ ਆਪਾਂ ਇਹ ਨਹੀਂ ਬੋਲਾਂਗੇ ਕਿ ਉਹ ਹਰ ਇੱਕ ਨੂੰ ਪਿਆਰਾ ਲੱਗਦਾ ਹੈ। ਸ਼ਾਰਟ ਦੇ ਵਿੱਚ ਉਹਦਾ ਬਣ ਗਿਆ ਸ਼ਬਦ ਹਰ ਮਨ ਪਿਆਰਾ। ਜਿਹੜਾ ਚੁਗਲੀ ਕਰਦਾ ਹੋਵੇ ਚੁਗਲਖੋਰ। ਜਨਮ ਤੋਂ ਲੱਗਾ ਹੋਇਆ ਰੋਗ ਜਨਮ ਰੋਗ। ਤਾਂ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਮੂਲ ਸ਼ਬਦ ਨੇ, ਦੋਨਾਂ ਦੇ ਵੱਖਰੇ ਵੱਖਰੇ ਅਰਥ, ਤੇ ਜਦੋਂ ਦੋਨਾਂ ਨੂੰ ਮਿਲਾਇਆ ਮਿਲ ਕੇ ਬਣਿਆ ਸਮਾਸੀ ਸ਼ਬਦ। ਉਤਪੰਨ ਸ਼ਬਦ। ਉਤਪੰਨ ਸ਼ਬਦਾਂ ਦੇ ਵਿੱਚ ਦੋ ਤਰੀਕੇ ਦੇ ਸ਼ਬਦ ਆਉਣਗੇ। ਪਹਿਲੇ ਅਗੇਤਰ ਲਗਾ ਕੇ ਤੇ ਦੂਸਰੇ ਪਿਛੇਤਰ ਲਗਾ ਕੇ। ਅਗੇਤਰ ਕਿਵੇਂ ਲੱਗਦਾ ਹੈ ਤੇ ਕੀ ਹੈ? ਕਿਸੇ ਮੂਲ ਸ਼ਬਦ ਦੇ ਪਹਿਲਾਂ ਭਾਵ ਅੱਗੇ ਜਾਂ ਮੁੱਢ ਦੇ ਵਿੱਚ, ਸ਼ੁਰੂ ਦੇ ਵਿੱਚ ਜਿਹੜੇ ਅੱਖਰ ਲਾਏ ਜਾਣਗੇ ਤੇ ਇੱਕ ਨਵਾਂ ਅਰਥਪੂਰਨ ਸਾਰਥਕ ਸ਼ਬਦ ਉਹਨਾਂ ਦੇ ਨਾਲ ਬਣਾਇਆ ਜਾਵੇਗਾ, ਉਹਨਾਂ ਨੂੰ ਅਗੇਤਰ ਆਖਿਆ ਜਾਂਦਾ ਹੈ। ਤਾਂ ਸਪਸ਼ਟ ਹੈ ਕਿ ਜੋ ਆਪਣਾ ਅੱਜ ਦਾ ਟੌਪਿਕ ਹੈ ਅਗੇਤਰ, ਉਸ ਦਾ ਅਰਥ ਕੀ ਹੈ ਕਿ ਕਿਸੇ ਮੂਲ ਸ਼ਬਦ ਦੇ ਪਹਿਲਾਂ, ਮੁੱਢ ਦੇ ਵਿੱਚ ਜਾਂ ਸ਼ੁਰੂ ਦੇ ਵਿੱਚ ਜਿਹੜਾ ਅੱਖਰ ਲਗਾਇਆ ਜਾਊਗਾ ਤੇ ਉਸ ਅੱਖਰ ਦੇ ਲਗਾਉਣ ਦੇ ਨਾਲ ਇੱਕ ਨਵਾਂ ਅਰਥਪੂਰਨ ਜਾਂ ਸਾਰਥਕ ਭਾਵ ਨਵੇਂ ਅਰਥ ਪੈਦਾ ਕਰਨ ਵਾਲਾ ਸ਼ਬਦ ਬਣੇਗਾ, ਉਹਨਾਂ ਨੂੰ ਅਗੇਤਰ ਆਖਿਆ ਜਾਂਦਾ ਹੈ। ਉਦਾਹਰਨਾਂ ਦੇ ਨਾਲ ਆਪਾਂ ਸਪਸ਼ਟ ਕਰਦੇ ਹਾਂ। ਜਿਵੇਂ ਮਾਨ ਇੱਕ ਵੱਖਰਾ ਮੂਲ ਸ਼ਬਦ ਹੈ ਤੇ ਇਸ ਦੇ ਸਾਹਮਣੇ ਅਗੇਤਰ ਲੱਗਿਆ ਅਪਮਾਨ, ਤਾਂ ਮਾਨ ਤੋਂ ਇੱਕ ਵੱਖਰਾ ਸ਼ਬਦ ਬਣ ਗਿਆ ਅਪਮਾਨ। ਇਸੇ ਤਰੀਕੇ ਦੇ ਨਾਲ ਜਸ ਇੱਕ ਮੂਲ ਸ਼ਬਦ ਹੈ ਜਿਸ ਦਾ ਅਰਥ ਹੈ ਜਸ ਵਡਿਆਈ, ਉਪਮਾ, ਤਾਂ ਅਪ ਜਸ ਅਪ ਲਾਉਣ ਤੋਂ ਬਾਅਦ ਅਗੇਤਰ ਇਸ ਦਾ ਅਰਥ ਵੱਖਰਾ ਬਣ ਗਿਆ ਅਪ ਜਸ, ਜਿਸ ਦਾ ਅਰਥ ਹੈ ਭੰਡੀ ਕਰਨੀ ਜਾਂ ਬੁਰਾਈ ਕਰਨੀ। ਇਸੇ ਤਰੀਕੇ ਦੇ ਨਾਲ ਕਾਰ ਇੱਕ ਵੱਖਰਾ ਸ਼ਬਦ ਹੈ, ਬੇ ਲਾਉਣ ਤੋਂ ਬਾਅਦ ਬੇਕਾਰ ਇੱਕ ਵੱਖਰਾ ਸ਼ਬਦ ਬਣ ਗਿਆ। ਭੁੱਲ ਇੱਕ ਮੂਲ ਸ਼ਬਦ ਹੈ ਜਿਸ ਦਾ ਅਰਥ ਆਪਾਂ ਨੂੰ ਸਪਸ਼ਟ ਹੈ ਕਿ ਭੁੱਲਣਾ, ਕੋਈ ਚੀਜ਼ ਭੁੱਲ ਜਾਣਾ, ਪਰੰਤੂ ਜਦੋਂ ਆਪਾਂ ਇਸ ਦੇ ਅੱਗੇ ਆੜਾ ਅਗੇਤਰ ਲਗਾਇਆ ਤਾਂ ਇੱਕ ਨਵਾਂ ਸ਼ਬਦ ਬਣ ਗਿਆ ਅਭੁੱਲ। ਇਸੇ ਤਰੀਕੇ ਦੇ ਨਾਲ ਦੁਰਘਟਨਾ। ਇੱਕ ਯਾਦ ਰੱਖਣ ਯੋਗ ਵਾਲੀ ਗੱਲ ਹੈ ਕਿ ਜਿਹੜੇ ਉਤਪੰਨ ਸ਼ਬਦ ਹੋਣਗੇ ਉਹ ਕਈ ਵਾਰ ਚਿੰਨ੍ਹ ਮਾਤਰ ਵੀ ਹੋਣਗੇ ਤੇ ਪੂਰੇ ਸ਼ਬਦ ਦੇ ਰੂਪ ਦੇ ਵਿੱਚ ਵੀ ਹੋਣਗੇ। ਚਿੰਨ੍ਹ ਮਾਤਰ ਜਿਵੇਂ ਆੜਾ ਇੱਕ ਚਿੰਨ੍ਹ ਮਾਤਰ ਹੈ, ਇਸ ਦਾ ਕੋਈ ਅਰਥ ਨਹੀਂ ਨਿਕਲਦਾ, ਪਰੰਤੂ ਜਦੋਂ ਕਿਸੇ ਚੀਜ਼ ਨੂੰ, ਜਿਵੇਂ ਅਭੁੱਲ ਸ਼ਬਦ ਤੋਂ ਹੀ ਆਪਾਂ ਲੈ ਲਈਏ ਕਿ ਜਦੋਂ ਕਿਸੇ ਚੀਜ਼ ਦਾ ਉਲਟਾ ਵੀ ਦਰਸਾਉਣਾ ਹੋਵੇ ਤਾਂ ਵੀ ਅਗੇਤਰ ਸ਼ਬਦ ਦੀ, ਅਗੇਤਰ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ। ਦੂਸਰਾ ਪਿਛੇਤਰ ਵੀ ਤੁਹਾਨੂੰ ਆਪਣੇ ਸਿਲੇਬਸ ਦੇ ਵਿੱਚ ਹੈ, ਜਿਹਦੇ ਬਾਰੇ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗੇ, ਪਰੰਤੂ ਮੁੱਢਲੀ ਜਾਣਕਾਰੀ ਹੈ ਜਿਹੜੀ ਆਪਾਂ ਇਸੇ ਵੀਡੀਓ ਦੇ ਵਿੱਚ ਸਾਂਝੀ ਕਰ ਰਹੇ ਹਾਂ। ਜਿਵੇਂ ਅਗੇਤਰ ਸੀ ਮੂਲ ਸ਼ਬਦ ਦੇ ਅੱਗੇ ਆਉਣ ਵਾਲੇ, ਪਰੰਤੂ ਪਿਛੇਤਰ ਕੀ ਨੇ? ਮੂਲ ਸ਼ਬਦਾਂ ਦੇ ਅੰਤ ਦੇ ਵਿੱਚ ਜਾਂ ਅਖੀਰ ਦੇ ਵਿੱਚ ਜੁੜ ਕੇ ਇੱਕ ਨਵਾਂ ਸ਼ਬਦ ਉਤਪੰਨ ਕਰਨ ਵਾਲੇ ਜੋ ਅੱਖਰ ਹਨ ਉਹਨਾਂ ਨੂੰ ਪਿਛੇਤਰ ਕਿਹਾ ਜਾਂਦਾ ਹੈ। ਜਿਵੇਂ ਲਿਖ ਇੱਕ ਮੂਲ ਸ਼ਬਦ ਹੈ ਤਾਂ ਲਿਖ ਦੇ ਨਾਲ ਣਾ ਲਾਉਣ ਤੋਂ ਬਾਅਦ ਲਿਖਣਾ ਇੱਕ ਵੱਖਰਾ ਸਾਰਥਕ ਸ਼ਬਦ ਬਣਿਆ। ਤੇ ਮਿਲ ਇੱਕ ਵੱਖਰਾ ਮੂਲ ਸ਼ਬਦ ਹੈ, ਪਰੰਤੂ ਆਪ ਪਿਛੇਤਰ ਲਗਾਉਣ ਤੋਂ ਬਾਅਦ ਮਿਲਾਪ ਇੱਕ ਵੱਖਰਾ ਸ਼ਬਦ ਬਣਿਆ। ਇਸੇ ਤਰੀਕੇ ਦੇ ਨਾਲ ਰੰਗ ਇੱਕ ਵੱਖਰਾ ਸ਼ਬਦ ਹੈ ਮੂਲ ਸ਼ਬਦ, ਪਰ ਈਲਾ ਪਿਛੇਤਰ ਲਗਾਉਣ ਤੋਂ ਬਾਅਦ ਰੰਗੀਲਾ। ਇਸੇ ਤਰੀਕੇ ਦੇ ਨਾਲ ਸ਼ਰਮ ਤੇ ਨਾਲ ਪਿੱਛੇ ਆਕਲ ਲਾਉਣ ਤੋਂ ਬਾਅਦ ਇੱਕ ਨਵਾਂ ਸ਼ਬਦ ਸ਼ਰਮਾਕਲ ਬਣ ਗਿਆ, ਭਾਵ ਜੋ ਸ਼ਰਮਾਉਣ ਵਾਲਾ ਹੋਵੇ। ਤਾਂ ਹੁਣ ਅੱਗੇ ਆਪਾਂ ਅਗੇਤਰ ਦੀਆਂ ਉਦਾਹਰਨਾਂ ਕਰਦੇ ਹਾਂ ਕਿ ਪ੍ਰੀਖਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਗੇਤਰ ਆ ਸਕਦੇ ਆ ਜਾਂ ਕਿਹੜੇ ਕਿਹੜੇ ਅਗੇਤਰ ਕਿਸ ਤਰੀਕੇ ਨਾਲ ਆਪਾਂ ਵਰਤ ਸਕਦੇ ਹਾਂ। ਸਭ ਤੋਂ ਪਹਿਲਾ ਹੈ ਉਪ, ਜਿਸ ਦਾ ਅਰਥ ਹੈ ਛੋਟਾ, ਤਾਂ ਅਗੇਤਰ ਹੈ ਉਪ ਤੇ ਨਾਮ ਨਾਲ ਦੇ ਨਾਲ ਜੁੜ ਕੇ ਬਣ ਗਿਆ ਉਪਨਾਮ, ਭਾਵ ਛੋਟਾ ਨਾਮ। ਉਪ ਬੋਲੀ, ਉਪ ਰਾਜਪਾਲ, ਉਪ ਰਾਸ਼ਟਰਪਤੀ, ਉਪ ਨਦੀ। ਇਸੇ ਤਰੀਕੇ ਦੇ ਨਾਲ ਆੜਾ ਅਗੇਤਰ ਕਿੱਥੇ ਵਰਤੇ ਜਾਂਦੇ ਤੇ ਕਿਵੇਂ ਨਵਾਂ ਸ਼ਬਦ ਪੈਦਾ ਕਰਦਾ ਹੈ? ਆੜਾ ਤੋਂ ਨਾਂਹਵਾਚਕ ਜਾਂ
ਬਿਨਾਂ ਦੇ ਲਈ ਆਪਾਂ ਆੜਾ ਅਗੇਤਰ ਲਗਾਉਂਦੇ ਹਾਂ। ਜਿਵੇਂ ਸਹਿ, ਸਹਿ ਇੱਕ ਵੱਖਰਾ ਅਰਥ ਹੈ ਅਤੇ ਦੇ ਲਾਉਣ ਅਗੇਤਰ ਲਾਉਣ ਦੇ ਨਾਲ ਅਸਹਿ ਭਾਵ ਜੋ ਚੀਜ਼ ਸਹੀ ਨਾ ਜਾ ਸਕਦੀ ਹੋਵੇ। ਅਕਹਿ ਅਸੰਤੁਸ਼ਟ, ਅਸਫਲ, ਅਨਿਆਂ, ਅਰੋਗ। ਇੱਕ ਗੱਲ ਹੋਰ, ਇੱਕ ਨੁਕਤਾ ਤੁਹਾਡਾ ਜੋ ਤੁਹਾਡੇ ਦਿਮਾਗ ਦੇ ਵਿੱਚ ਰਹਿਣਾ ਚਾਹੀਦਾ ਹੈ, ਅਗੇਤਰ ਦੀ ਪਛਾਣ ਤੁਸੀਂ ਕਿਸ ਤਰੀਕੇ ਦੇ ਨਾਲ ਕਰਨੀ ਹੈ ਕਿ ਅਗੇਤਰ ਹੈ ਜਾਂ ਪਿਛੇਤਰ। ਜੇਕਰ ਤੁਸੀਂ ਅਗੇਤਰ ਦੀ ਪਛਾਣ ਕਰਨੀ ਹੋਵੇ ਤਾਂ ਤੁਸੀਂ ਜਦੋਂ ਕੋਈ ਸ਼ਬਦ ਦੇਖੋਗੇ ਤਾਂ ਉਸ ਸ਼ਬਦ ਦਾ ਦੇਖਣਾ ਹੈ ਕਿ ਅਗੇਤਰ ਹਟਾਉਣ ਤੋਂ ਬਾਅਦ ਉਸ ਦਾ ਇੱਕ ਵੱਖਰਾ ਅਰਥ ਬਣ ਰਿਹਾ ਹੈ ਜਾਂ ਨਹੀਂ ਬਣ ਰਿਹਾ। ਜਿਵੇਂ ਅਸਹਿ ਦਿੱਤਾ ਹੋਇਆ, ਅਕਹਿ ਦਿੱਤਾ ਹੋਇਆ, ਅਸਫਲ, ਇਹਨਾਂ ਨੂੰ ਜਦੋਂ ਆੜਾ ਤੁਸੀਂ ਅਗੇਤਰ ਹਟਾ ਦੋਗੇ ਤਾਂ ਇਹਨਾਂ ਦਾ ਵੱਖਰਾ ਅਰਥ ਮੂਲ ਸ਼ਬਦ ਬਣ ਰਿਹਾ ਹੈ। ਤਾਂ ਤੁਸੀਂ ਇਹ ਯਾਦ ਰੱਖ ਸਕਦੇ ਹੋ ਕਿ ਅਗੇਤਰ ਦੀ ਪਛਾਣ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ ਜਾਂ ਤੁਸੀਂ ਕਿਹੜੇ ਸ਼ਬਦਾਂ ਨੂੰ ਅਗੇਤਰ ਦੇ ਤੌਰ 'ਤੇ ਵਰਤ ਸਕਦੇ ਹੋ। ਜਿਵੇਂ ਉਦਾਹਰਨ ਦੀ ਆਪਾਂ ਲੈ ਲਈਏ ਕਿ ਆੜੇ ਤੋਂ ਅਗੇਤਾ, ਅਗੇਤ ਸ਼ਬਦ ਜਾਂ ਅਗੇਤਾ, ਆੜਾ ਇੱਥੇ ਵੀ ਅਗੇਤਰ ਦੇ ਰੂਪ ਦੇ ਵਿੱਚ ਲੱਗਿਆ ਹੋਇਆ ਹੈ, ਪਰੰਤੂ ਜੇਕਰ ਤੁਸੀਂ ਇਸ ਸ਼ਬਦ ਨੂੰ ਦੇਖੋਗੇ ਗੇਤਾ ਤਾਂ ਇਸ ਸ਼ਬਦ ਦਾ ਕੋਈ ਅਰਥ ਨਹੀਂ ਬਣ ਰਿਹਾ। ਤਾਂ ਤੁਸੀਂ ਧਿਆਨ ਰੱਖਣਾ ਕਿ ਕੋਈ ਵੀ ਅਜਿਹਾ ਸ਼ਬਦ ਨਾ ਉਹਦੀ ਰਚਨਾ ਕਰਨੀ ਜਿਸ ਦਾ ਅਰਥ ਗਲਤ ਬਣਦਾ ਹੋਵੇ, ਤਾਂ ਤੁਹਾਡਾ ਜੋ ਅਗੇਤਰ ਪਿਛੇਤਰ ਹੈ ਉਹ ਗਲਤ ਹੋਊਗਾ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਅਗੇਤਰ ਜਾਂ ਪਿਛੇਤਰ ਨੂੰ ਪਛਾਣ ਸਕਦੇ ਹੋ ਕਿ ਤੁਹਾਡਾ ਸ਼ਬਦ ਸਹੀ ਹੈ ਜਾਂ ਗਲਤ ਹੈ। ਇਸੇ ਤਰੀਕੇ ਦੇ ਨਾਲ ਅਣ, ਅਣ ਇੱਕ ਨਿਖੇਧਕ ਹੈ, ਭਾਵ ਕਿਸੇ ਚੀਜ਼ ਤੋਂ ਬਿਨਾਂ। ਜਿਵੇਂ ਅਣਸੁਣਿਆ, ਅਣਹੋਣੀ, ਅਣਗਿਣਤ, ਅਣਡਿੱਠ, ਅਣਥੱਕ, ਅਣਹੋਂਦ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਨੂੰ ਅਗੇਤਰ ਦੀ ਕਸਵੱਟੀ 'ਤੇ ਪਰਖਣ ਦੀ ਕੋਸ਼ਿਸ਼ ਕਰੋਗੇ ਤਾਂ ਜਦੋਂ ਅਣ ਨੂੰ ਹਟਾਓਗੇ ਤਾਂ ਸੁਣਿਆ ਇੱਕ ਵੱਖਰਾ ਮੂਲ ਸ਼ਬਦ ਹੈ ਜਿਸ ਦਾ ਸਪਸ਼ਟ ਅਰਥ ਹੈ। ਇਸੇ ਤਰੀਕੇ ਦੇ ਨਾਲ ਹੀ ਅਨ, ਅਨ ਤੋਂ ਅਨਰਥ। ਅਨਰਥ ਕਿਵੇਂ ਹੈ? ਤੁਸੀਂ ਹੁਣ ਅਨਰਥ ਨੂੰ ਇਸ ਤਰੀਕੇ ਦੇ ਨਾਲ ਨਹੀਂ ਸੋਚੋਗੇ ਕਿ ਅਨਰਥ ਨੂੰ ਆਪਾਂ ਅਲੱਗ ਕਰ ਦਿੱਤਾ ਅਤੇ ਪਿੱਛੇ ਰਹਿ ਗਿਆ ਰਥ, ਨਹੀਂ। ਇਸ ਨੂੰ ਤੁਸੀਂ ਅਨ ਅਰਥ ਭਾਵ ਕੋਈ ਅਜਿਹੀ ਗੱਲ ਹੋਣੀ ਜਿਸ ਜੋ ਅਰਥਹੀਨ ਹੈ, ਜੋ ਬੇਅਰਥ ਹੈ। ਅੱਗੇ ਜੀ ਹੈ ਤੁਹਾਡਾ ਅਣਜਾਣ, ਜਿਸ ਨੂੰ ਜੋ ਅਣਜਾਣ ਹੋਵੇ ਕਿਸੇ ਗੱਲ ਤੋਂ। ਅਨਪੜ੍ਹ, ਜੋ ਪੜ੍ਹਿਆ ਲਿਖਿਆ ਨਾ ਹੋਵੇ। ਅਨਆਦਰ ਭਾਵ ਆਦਰ ਤੋਂ ਬਿਨਾਂ ਕਿਸੇ ਦਾ ਆਦਰ ਨਾ ਕਰਨਾ, ਅਨਾਦਰ ਕਰਨਾ। ਅਨੰਤ, ਅਨਅੰਤ ਭਾਵ ਜਿਸ ਦਾ ਕੋਈ ਅੰਤ ਨਾ ਹੋਵੇ। ਅੱਗੇ ਹੈ ਅਪ ਅਗੇਤਰ। ਅਪ ਦਾ ਅਰਥ ਬੁਰਾ ਜਾਂ ਉਲਟਾ, ਭਾਵ ਜਦੋਂ ਬੁਰੇ ਜਾਂ ਉਲਟੇ ਕੋਈ ਸ਼ਬਦ ਬਣਾਉਣਾ ਹੋਵੇ ਤਾਂ ਅਪ ਅਗੇਤਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਅਪਜਸ, ਅਪਮਾਨ, ਅਪਸ਼ਬਦ ਕਿਸੇ ਨੂੰ ਬੁਰੇ ਸ਼ਬਦ ਬੋਲਣੇ। ਅਪਸ਼ਗਨ ਭਾਵ ਸ਼ਗਨ ਦਾ ਉਲਟਾ ਹੋਣਾ, ਅਪਸ਼ਗਨ। ਇਸ ਤੋਂ ਇਲਾਵਾ ਅੱਧ, ਅੱਧ ਦਾ ਅਰਥ ਹੈ ਅੱਧਾ, ਅੱਧਮੋਇਆ, ਅੱਧ ਵਾਟੇ, ਅੱਧ ਖਿੜਿਆ। ਸੱਸਾ ਅਗੇਤਰ ਵਰਤਿਆ ਜਾਂਦਾ ਹੈ ਪੰਜਾਬੀ ਦੇ ਵਿੱਚ ਜਿਸ ਦਾ ਅਰਥ ਹੈ ਚੰਗਾ ਜਾਂ ਨਾਲ ਸਹਿਤ। ਜਿਵੇਂ ਸਪੁੱਤਰ, ਚੰਗਾ ਪੁੱਤਰ। ਸਹਿਤ, ਜੋ ਕਿਸੇ ਦੇ ਹਿੱਤ ਦੇ ਵਿੱਚ ਹੋਵੇ। ਸਫਲ ਭਾਵ ਸਫਲ, ਫਲ ਦੇ ਸਹਿਤ, ਕਿਸੇ ਚੀਜ਼ ਦਾ ਤੁਹਾਨੂੰ ਫਲ ਮਿਲਿਆ। ਅੱਗੇ ਸੂ, ਸੂ ਵੀ ਚੰਗਾ, ਅੱਗੇ ਚੰਗੇ ਦੇ ਭਾਵ ਦੇ ਲਈ ਸ਼ਬਦਾਂ ਦੇ ਵਿੱਚ ਵਰਤਿਆ ਜਾਂਦਾ ਹੈ। ਜਿਵੇਂ ਸੁਪਤਨੀ, ਸੁਚੱਜ, ਸੁਮੱਤ, ਸੁਭਾਗ, ਸੁਗੰਧ, ਸੁਮੇਲ। ਇਹ ਬਿਲਕੁਲ ਸੌਖੇ ਨੇ। ਜਦੋਂ ਤੁਹਾਨੂੰ ਪਛਾਣ ਕਰਨੀ ਆ ਗਈ ਕਿ ਅਗੇਤਰ ਕੀ ਹੈ, ਜਦੋਂ ਤੁਸੀਂ ਅਗੇਤਰ ਤੋਂ ਅਗਲੇ ਮੂਲ ਸ਼ਬਦਾਂ ਨੂੰ ਅਲੱਗ ਕਰਕੇ ਦੇਖੋਗੇ, ਉਸਦਾ ਕੋਈ ਅਰਥ ਬਣ ਰਿਹਾ ਹੈ, ਤਾਂ ਸਮਝੋ ਕਿ ਤੁਸੀਂ ਅਗੇਤਰ ਪਿਛੇਤਰ ਲਗਾਉਣੇ ਸਿੱਖ ਗਏ ਜਾਂ ਅਗੇਤਰ ਪਿਛੇਤਰ ਪਰਖਣੇ, ਪਛਾਣਨੇ ਸਿੱਖ ਗਏ। ਇਸ ਤੋਂ ਇਲਾਵਾ ਅੱਗੇ ਹੈ ਸਹਿ। ਜਿਵੇਂ ਨਾਲ ਰਲ ਕੇ, ਸਹਿਕਾਰੀ ਨਾਲ ਕੰਮ ਕਰਨ ਵਾਲਾ, ਸਹਿਪਾਠੀ ਨਾਲ ਪੜ੍ਹਨ ਵਾਲਾ, ਸਹਿਗਾਨ ਇਕੱਠੇ ਗਾਇਆ। ਸਹਿਮਤ ਭਾਵ ਕਿਸੇ ਦੀ ਮੱਤ ਦੇ ਨਾਲ ਆਪਾਂ ਸਹਿਮਤ ਹਾਂ, ਉਹਦੀ ਮੱਤ ਦੇ ਬਰਾਬਰ ਦੀ ਮੱਤ ਹੀ ਆਪਾਂ ਰੱਖ ਰਹੇ ਹਾਂ। ਸਹਿਯੋਗ, ਮਿਲ ਕੇ ਕੰਮ ਕਰ ਰਹੇ ਹਾਂ, ਸਹਿਕਰਮੀ। ਇਸ ਤੋਂ ਬਾਅਦ ਅਗਲੇ ਅਗੇਤਰ ਨੇ ਸਮ। ਅਗਲਾ ਅਗੇਤਰ ਹੈ ਸਮ। ਸਮ ਦੇ ਨਾਲ ਕਿਹੜੇ ਕਿਹੜੇ ਅੱਗੇ ਸ਼ਬਦ ਬਣਨਗੇ? ਸਮ ਦੇ ਨਾਲ ਸਮਕਾਲੀ ਭਾਵ ਇੱਕੋ ਹੀ ਕਾਲ ਦੇ ਨਾਲ ਸੰਬੰਧ ਰੱਖਣ ਵਾਲਾ। ਸਮ ਮਾਪ, ਇੱਕੋ ਜਿਹੇ ਮਾਪ ਤੋਂ ਵਾਲਾ। ਸਮਤਲ, ਇੱਕੋ ਜਿਹੀ ਬਰਾਬਰ ਧਰਤੀ ਜਿਹਦਾ
ਪੱਧਰਾ ਹੋਵੇ, ਧਰਤੀ ਦਾ ਲੈਵਲ, ਸਮਭਾਵੀ ਇੱਕੋ ਜਿਹੇ ਭਾਵ ਰੱਖਣ ਵਾਲੇ, ਸਮਦਰਸ਼ੀ, ਸਮਰੂਪ। ਸਵੈ ਤੋਂ ਭਾਵ ਹੈ ਆਪਣਾ, ਸਵੈ ਜੀਵਨੀ, ਸਵੈ ਰੱਖਿਆ, ਸਵੈ ਪੜਚੋਲ, ਸਵੈ ਮਾਨ। ਤੁਸੀਂ ਸਵੈ ਨੂੰ ਇਸ ਤਰੀਕੇ ਦੇ ਨਾਲ ਵੀ ਲਿਖ ਸਕਦੇ ਹੋ ਅਤੇ ਸਵੈ ਨੂੰ ਇਸ ਤਰੀਕੇ ਦੇ ਨਾਲ ਵੀ ਲਿਖ ਸਕਦੇ ਹੋ। ਇਸ ਤੋਂ ਅੱਗੇ ਹੈ ਸਬ। ਸਬ ਤੋਂ ਭਾਵ ਹੈ ਛੋਟਾ, ਅਤੇ ਅੰਗਰੇਜ਼ੀ ਦੇ ਸ਼ਬਦਾਂ ਦੇ ਨਾਲ ਲਿਖਣ ਦੇ ਲਈ ਵਰਤਿਆ ਜਾਂਦਾ ਹੈ, ਜਿਵੇਂ ਸਬ ਇੰਸਪੈਕਟਰ, ਇੰਸਪੈਕਟਰ ਤੋਂ ਛੋਟਾ, ਸਬ ਜੱਜ, ਜੱਜ ਤੋਂ ਛੋਟਾ, ਅਤੇ ਸਬ ਕਮੇਟੀ, ਕਮੇਟੀ ਤੋਂ ਛੋਟੀ। ਇਸ ਤੋਂ ਬਾਅਦ ਸ਼ਾਹ। ਸ਼ਾਹ ਤੋਂ ਭਾਵ ਹੈ ਵੱਡਾ, ਉੱਤਮ, ਜਿਵੇਂ ਸ਼ਾਹਕਾਰ ਰਚਨਾ ਹੈ। ਸ਼੍ਰੋਮਣੀ। ਸ਼ਾਹ ਤੋਂ ਭਾਵ ਹੈ ਸ਼੍ਰੋਮਣੀ, ਜਿਵੇਂ ਸ਼ਾਹਕਾਰ। ਕਾਰ ਤੋਂ ਭਾਵ ਹੈ ਕੋਈ ਕੰਮ ਕਿਸੇ ਦਾ, ਸ਼ਾਹ ਕੰਮ ਭਾਵ ਸਭ ਤੋਂ ਉੱਤਮ ਕੰਮ। ਸ਼ਾਹ ਸਵਾਰ, ਜੋ ਬਹੁਤ ਵੱਡੀਆਂ ਸਵਾਰੀਆਂ ਦਾ ਭਾਵ ਬਹੁਤ ਅਮੀਰ ਹੋਵੇ, ਵੱਡੀਆਂ ਸਵਾਰੀਆਂ ਨੂੰ ਸਵਾਰ ਕਰਨ ਵਾਲਾ ਹੋਵੇ। ਸ਼ਾਹ ਰਗ। ਰਗ ਤੋਂ ਭਾਵ ਹੈ ਆਪਣੀ ਨਾੜ, ਜਿਹੜੀ ਆਪਣੇ ਗਰਦਨ ਕੋਲ ਹੁੰਦੀ ਹੈ, ਜੇਕਰ ਉਸਨੂੰ ਕੱਟ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਬੰਦੇ ਦੀ ਮੌਤ ਹੋ ਜਾਂਦੀ ਹੈ, ਜਿਵੇਂ ਸ਼ਾਹ ਰਗ ਸਭ ਤੋਂ ਵੱਡੀ ਨਾੜੀ ਰਗ। ਸ਼ਾਹ ਰਾਹ ਸਭ ਤੋਂ ਵੱਡਾ ਰਾਹ, ਜਿਵੇਂ GT ਰੋਡ ਨੂੰ ਆਪਾਂ ਪੰਜਾਬੀ ਦੇ ਵਿੱਚ ਸ਼ਾਹ ਰਾਹ ਕਹਿ ਸਕਦੇ ਹਾਂ, ਵੱਡਾ ਰਾਹ। ਇਸ ਤੋਂ ਬਾਅਦ ਹਮ। ਹਮ ਤੋਂ ਭਾਵ ਹੈ ਇੱਕੋ ਜਿਹਾ, ਬਰਾਬਰ। ਹਮ ਉਮਰ, ਹਮ ਸਫ਼ਰ, ਹਮ ਸ਼ਕਲ, ਹਮਰਾਹੀ, ਹਮਰਾਜ। ਕੁ ਅਗੇਤਰ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਭੈੜੇ ਅਰਥਾਂ ਵਾਲੇ ਸ਼ਬਦ ਤੁਸੀਂ ਬਣਾਉਣੇ ਹੋਣ। ਤਾਂ ਕੁਸੰਗ, ਜਦੋਂ ਸੰਗ ਨੂੰ ਅਲੱਗ ਕਰੋਗੇ ਤਾਂ ਸੰਗ ਦਾ ਅਰਥ ਹੈ ਵਧੀਆ, ਸਾਥ। ਪਰ ਕੁਸੰਗ ਜਦੋਂ ਇਹਦੇ ਮੂਹਰੇ ਲੱਗ ਗਿਆ ਤਾਂ ਇਸ ਦਾ ਅਰਥ ਹੋ ਗਿਆ ਮਾੜੀ ਸੰਗਤ। ਕੁਕਰਮ, ਮਾੜੇ ਕਰਮ। ਕੁਚੱਜ, ਕੁਪੁੱਤ, ਕੁਮੱਤ, ਕੁਰੀਤੀ, ਕੁਲੱਛਣ। ਇਸ ਤੋਂ ਬਾਅਦ ਕਮ। ਕਮ ਤੋਂ ਭਾਵ ਹੈ ਥੋੜ੍ਹਾ, ਕਮਜ਼ੋਰ, ਕਮ ਅਕਲ। ਖੁਸ਼, ਚੰਗਾ ਜਾਂ ਵਧੀਆ ਅਰਥਾਂ ਵਾਲੇ ਜੋ ਸ਼ਬਦ ਨੇ ਉਹਨਾਂ ਨੂੰ ਬਣਾਉਣ ਦੇ ਲਈ ਵਰਤੇ ਜਾਂਦੇ। ਖੁਸ਼। ਖੁਸ਼ਹਾਲ ਭਾਵ, ਹਾਲ ਤੋਂ ਭਾਵ ਹੈ ਵਿਅਕਤੀ ਦੀ ਜੋ ਗਤ ਕਿਹੋ ਜਿਹੀ ਹੈ। ਖੁਸ਼ਬੋ। ਹੁਣ ਜਦੋਂ ਤੁਸੀਂ ਬੋ ਨੂੰ ਅਲੱਗ ਕਰੋਗੇ ਤਾਂ ਬੋ ਤੋਂ ਭਾਵ ਹੈ ਗੰਧ ਹੋਣੀ, ਤਾਂ ਖੁਸ਼ਬੋ ਭਾਵ ਚੰਗੀ ਗੰਧ। ਖੁਸ਼ ਕਿਸਮਤ, ਚੰਗੀ ਕਿਸਮਤ। ਖੁਸ਼ਖਬਰੀ, ਖੁਸ਼ ਦਿਲ। ਗੈਰ ਤੋਂ ਭਾਵ ਹੈ ਬਿਨਾਂ, ਗੈਰ ਹਾਜ਼ਰ, ਗੈਰ ਸਰਕਾਰੀ, ਗੈਰ ਕਾਨੂੰਨੀ, ਗੈਰ ਰਸਮੀ, ਗੈਰ ਵਾਜਬ। ਅੱਗੇ ਹੈ ਚੂ। ਚੂ ਦਾ ਅਰਥ ਹੈ ਚਾਰ। ਚੌਕੰਨਾ, ਚੁਕੰਨਾ ਭਾਵ ਜਿਸਦੇ ਚਾਰ ਕੰਨ ਹੋਣ, ਭਾਵ ਹਰ ਪਾਸੇ ਉਸਨੂੰ ਆਵਾਜ਼ ਸੁਣਦੀ ਹੋਵੇ। ਚੌਗਿਰਦਾ, ਆਸਾ ਪਾਸਾ। ਚੌਪਾਇਆ, ਜਿਸਦੇ ਚਾਰ ਪੈਰ ਹੋਣ। ਚੁਗਾਠ ਭਾਵ ਲੱਕੜੀ ਦੀ ਉਹ ਲੱਕੜੀ ਜਿਸਦੇ ਚਾਰ ਕਿਨਾਰੇ ਹੋਣ। ਇਸ ਤੋਂ ਇਲਾਵਾ ਛੇ। ਛੱਛੇ ਨੂੰ ਸਿਹਾਰੀ, ਇਸ ਦਾ ਅਰਥ ਹੈ ਛੇ। ਛੇ ਹਾਟਾ। ਹਾਟ ਤੋਂ ਭਾਵ ਹੈ ਜਿਹੜੇ ਆਪਣੇ ਪਹਿਲਾਂ ਹਾਟ ਹੁੰਦੇ ਸੀ, ਜਿਵੇਂ ਛੇਹਰਟਾ ਸਾਹਿਬ ਉਸੇ ਤੋਂ ਹੀ ਬਣਿਆ ਕਿਉਂਕਿ ਉੱਥੇ 6 ਹਾਟ ਚੱਲਦੇ ਸੀ, ਤਾਂ 6 ਹਾਟਾ। 6 ਮਾਹੀ, ਛਮਾਹੀ ਭਾਵ ਜਦੋਂ ਮਾਹ ਤੋਂ ਭਾਵ ਹੈ ਮਹੀਨਾ, ਜਦੋਂ 6 ਮਹੀਨੇ ਹੋਣ ਤਾਂ ਉਸਦੇ ਲਈ ਛਮਾਹੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਅਗੇਤਰ ਹੈ ਦੂ। ਦੁਆਬਾ ਭਾਵ ਦੋ ਆਬ, ਦੋ ਪਾਣੀਆਂ ਤੋਂ ਬਣਿਆ। ਦੂ ਹੱਥੜਾ ਭਾਵ ਦੋ ਹੱਥਾਂ, ਜਦੋਂ ਦੋ ਹੱਥੜਾ ਮਾਰਦੇ ਹੈ। ਦੁਪਰਤੀ ਭਾਵ ਜਿਸ ਦੀਆਂ ਦੋ ਪਰਤਾਂ ਹੋਣ। ਦੁਪਹੀਆ, ਦੋ ਪਹੀਆਂ ਵਾਲਾ। ਦੁਬਾਰਾ, ਦੋ ਵਾਰ ਕੀਤਾ ਹੋਇਆ। ਦੁਮੂੰਹੀ ਭਾਵ ਜਿਸਦੇ ਦੋ ਮੂੰਹ ਹੋਣ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਅਗੇਤਰਾਂ ਤੋਂ ਅੱਗੇ ਨਵੇਂ ਸ਼ਬਦ ਹੈ ਜਿਹੜੇ ਉਹ ਉਤਪੰਨ ਕਰ ਸਕਦੇ ਹੋ। ਅੱਗੇ ਹੈ ਦੁਰ। ਦੁਰ ਦਾ ਇੱਕ ਅਰਥ ਹੈ ਬੁਰਾ, ਖੋਟਾ, ਅਤੇ ਦੂਸਰਾ ਅਰਥ ਔਖਾ ਵੀ ਹੁੰਦਾ ਹੈ। ਇਸ ਅਲੱਗ, ਜੇਕਰ ਤੁਹਾਨੂੰ ਦੁਰ ਤੋਂ ਅਗੇਤਰ ਦੇ ਨਾਲ ਸ਼ਬਦ ਬਣਾਉਣੇ ਹੋਣ ਤਾਂ ਤੁਸੀਂ ਸਾਰੇ ਬਣਾ ਸਕਦੇ ਹੋ, ਪਰੰਤੂ ਜੇਕਰ ਲਿਖਿਆ ਹੋਵੇ ਕਿ ਦੁਰ ਬੁਰਾ ਸ਼ਬਦ ਤੋਂ ਤੁਸੀਂ ਅਲੱਗ ਅਗੇਤਰ ਬਣਾਓ ਤਾਂ ਤੁਸੀਂ ਦੁਰਗਤ, ਜਿਸ ਦੀ ਗਤੀ ਹਾਲ ਬੁਰਾ ਹੋਵੇ। ਦੁਰਗੰਧ, ਜਿਸ ਦੀ ਗੰਧ ਬੁਰੀ ਹੋਵੇ। ਦੁਰਘਟਨਾ, ਬੁਰੀ ਘਟਨਾ। ਇਸ ਤੋਂ ਇਲਾਵਾ ਦੁਰਦਸ਼ਾ, ਦੁਰਵਰਤੋਂ, ਦੁਰਵਰਤੋਂ ਅਤੇ ਦੁਰ ਤੋਂ ਬਣਾ ਸਕਦੇ ਹੋ ਤੁਸੀਂ ਦੁਰਲੱਭ। ਦੁਰਗਮ। ਦੁਰਗਮ ਤੋਂ ਭਾਵ ਹੈ ਉਹ ਸਥਾਨ ਜੋ ਬਹੁਤ ਜ਼ਿਆਦਾ ਦੂਰ ਹੋਵੇ, ਦੁਰਗਮ। ਨਿਰ ਤੋਂ ਬਣ ਸਕਦੇ ਹੈ ਨਿਰਗੁਣ। ਨਿਰਛਲ, ਜਿਸ ਦੇ ਵਿੱਚ ਕੋਈ ਛਲ ਨਾ ਹੋਵੇ। ਨਿਰਦੋਸ਼, ਕੋਈ ਦੋਸ਼ ਨਾ ਹੋਵੇ। ਨਿਰਭੈ, ਜਿਸ ਨੂੰ ਕੋਈ ਭੈ ਨਾ ਹੋਵੇ। ਨਿਰਮਲ, ਜਿਸ ਦੇ ਵਿੱਚ ਕੋਈ ਮੈਲ ਨਾ ਹੋਵੇ। ਨਿਰਮੋਹ, ਨਿਰਲੱਜ। ਪਰ ਤੋਂ ਤੁਸੀਂ ਭਾਵ ਹੈ ਦੂਜਾ ਜਾਂ ਪਰਾਇਆ। ਪਰ ਉਪਕਾਰ, ਪਰਤੰਤਰ, ਪਰਦੇਸ਼, ਪਰਲੋਕ, ਪਰਤਨ। ਇਸ ਤੋਂ ਇਲਾਵਾ ਅੱਗੇ ਹੈ ਆਪਣੇ ਅਗੇਤਰ ਪ੍ਰ। ਪ੍ਰ ਤੋਂ ਭਾਵ ਹੈ ਵੱਡਾ, ਜਿਵੇਂ ਪ੍ਰਬਲ।
ਪ੍ਰਬਲ ਜਦੋਂ ਤੁਸੀਂ ਬਲ ਨੂੰ ਅਲੱਗ ਕਰੋਗੇ ਇਸ ਦਾ ਅਰਥ ਬਣਦਾ ਹੈ ਪ੍ਰਚਲਿਤ ਤੋਂ ਅਲੱਗ ਕਰੋਗੇ, ਚਲਿਤ ਦਾ ਅਲੱਗ ਬਣਦਾ ਹੈ, ਮੁੱਖ ਨੂੰ ਅਲੱਗ ਕਰੋਗੇ, ਜਤ ਨੂੰ ਅਲੱਗ ਕਰੋਗੇ ਤਾਂ ਇਹ ਸਾਰੇ ਤੁਹਾਨੂੰ ਵੱਖਰੇ ਅਰਥ ਬਣਾਉਣਗੇ। ਪਰ ਜਦੋਂ ਤੁਸੀਂ ਅਗੇਤਰ ਲਾਓਗੇ ਪ੍ਰ ਤਾਂ ਇਹਨਾਂ ਦੇ ਇੱਕ ਨਵੇਂ ਅਰਥ ਬਣ ਰਹੇ ਨੇ ਅਗੇਤਰ ਲਗਾ ਕੇ। ਅੱਗੇ ਹੈ ਪਰਮ। ਪਰਮ ਤੋਂ ਭਾਵ ਹੈ ਸਭ ਤੋਂ ਵੱਡਾ, ਉੱਤਮ। ਪਰਮ ਗੁਰੂ, ਪਰਮ ਸ਼ੁੱਧ, ਪਰਮਹੰਸ, ਪਰਮ ਗਿਆਨ, ਸਭ ਤੋਂ ਵੱਡਾ ਗਿਆਨ। ਇਸ ਤੋਂ ਇਲਾਵਾ ਬਦ। ਬਦ ਦਾ ਅਰਥ ਹੈ ਬੁਰਾ, ਬਦਨੀਤੀ, ਬਦ ਆਸ਼ੀਸ਼, ਬਦ ਸ਼ਕਲ, ਬਦ ਸੂਰਤ, ਬਦਨਾਮ, ਬਦਬੋ ਜਾਂ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜਿਹੜੇ ਤੁਸੀਂ ਇਹਨਾਂ ਨੂੰ ਅਗੇਤਰ ਲਗਾ ਕੇ ਬਣਾ ਸਕਦੇ ਹੋ। ਇਸ ਤੋਂ ਬਾਅਦ ਆਉਂਦਾ ਜੀ ਬਾ ਅਗੇਤਰ, ਜਿਸ ਦਾ ਅਰਥ ਹੁੰਦਾ ਨਾਲ। ਜਿਵੇਂ ਬਾ ਕਾਇਦਾ। ਕਾਇਦਾ ਤੋਂ ਭਾਵ ਆ ਗਿਆ ਕਾਨੂੰਨ, ਕਾਨੂੰਨ ਦੇ ਸਹਿਤ। ਬਾ ਇੱਜ਼ਤ, ਇੱਜ਼ਤ ਦੇ ਨਾਲ। ਬਾ ਅਸੂਲ, ਇੱਥੇ ਬਾ ਪਾਉਣਾ ਭੁੱਲ ਗਏ, ਬਾ ਅਸੂਲ ਭਾਵ ਅਸੂਲਾਂ ਦੇ ਨਾਲ। ਇਸ ਤੋਂ ਅਗਲਾ ਅਗੇਤਰ ਹੈ ਬੇ। ਬੇ ਤੋਂ ਭਾਵ ਹੈ ਬਿਨਾਂ, ਬੇਸੁਰ, ਸੁਰਾਂ ਤੋਂ ਰਹਿਤ ਵਾਲਾ। ਬੇਅਕਲ, ਬੇਅੰਤ, ਬੇਕਾਰ, ਬੇਸਬਰ, ਬੇਸਮਝ, ਬੇਹੋਸ਼। ਮਹਾਂ ਤੋਂ ਭਾਵ ਹੈ ਵੱਡਾ। ਇਹ ਦੋਨੋਂ ਤਰੀਕਿਆਂ ਦੇ ਨਾਲ ਆ ਸਕਦਾ ਹੈ, ਉੱਪਰ ਬਿੰਦੀ ਵੀ ਆ ਸਕਦੀ ਹੈ ਅਤੇ ਬਿੰਦੀ ਤੋਂ ਬਿਨਾਂ ਵੀ ਆ ਸਕਦਾ ਹੈ। ਮਹਾਰਾਜਾ ਭਾਵ ਸਭ ਤੋਂ ਵੱਡਾ ਰਾਜਾ। ਮਹਾਰਾਣੀ, ਸਭ ਤੋਂ ਵੱਡੀ ਰਾਣੀ। ਮਹਾਜਨ, ਵੱਡਾ ਜਨ। ਮਹਾ ਆਤਮਾ, ਇਹ ਵੀ ਤੁਸੀਂ ਖਿਆਲ ਰੱਖਣਾ ਹੈ ਕਿ ਜਦੋਂ ਮਹਾਤਮਾ ਨੂੰ ਕਰੋਗੇ, ਜੇਕਰ ਤੁਹਾਨੂੰ ਪ੍ਰੀਖਿਆ ਦੇ ਵਿੱਚ ਆਉਂਦਾ ਹੈ ਕਿ ਮਹਾਤਮਾ ਦਾ ਅਗੇਤਰ ਪਛਾਣੋ ਤਾਂ ਮਹਾ ਪਲੱਸ ਆਤਮਾ, ਵੱਡੀ ਆਤਮਾ। ਮਹਾਂਪੁਰਸ਼, ਮਹਾਕਾਜ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜਿਹੜੇ ਤੁਸੀਂ ਬਣਾ ਸਕਦੇ ਹੋ। ਅਖੀਰਲਾ ਆਪਣਾ ਅਗੇਤਰ ਹੈ ਲਾ। ਲਾ ਉਦੋਂ ਵਰਤਿਆ ਜਾਂਦਾ ਅਗੇਤਰ ਜਦੋਂ ਨਾ ਜਾਂ ਨਹੀਂ ਵਾਲਾ ਭਾਵ ਹੋਵੇ। ਜਿਵੇਂ ਲਾ ਸਾਨੀ। ਸਾਨੀ ਤੋਂ ਭਾਵ ਹੁੰਦਾ ਜਿਸ ਦਾ ਕੋਈ ਸਾਨੀ ਹੋਵੇ, ਜਿਸ ਦਾ ਕੋਈ ਜੋੜ ਹੋਵੇ। ਪਰ ਲਾ ਸਾਨੀ, ਜਦੋਂ ਲਾ ਅਗੇਤਰ ਲੱਗ ਗਿਆ ਤਾਂ ਇਸ ਤੋਂ ਭਾਵ ਹੈ ਕਿ ਜਿਸ ਦਾ ਕੋਈ ਸਾਨੀ ਨਹੀਂ ਹੋਵੇ, ਕੋਈ ਜੋੜ ਨਾ ਹੋਵੇ। ਲਾ ਚਾਰ ਭਾਵ ਚਾਰੇ ਤੋਂ ਰਹਿਤ, ਜਿਸ ਦੇ ਕੋਲ ਕੋਈ ਵੀ ਚਾਰਾ ਨਹੀਂ ਹੈ। ਲਾਪਰਵਾਹ, ਜੋ ਪ੍ਰਵਾਹ ਨਹੀਂ ਕਰਦਾ। ਲਾਵਾਰਸ, ਲਾ ਇਲਾਜ, ਲਾਜਵਾਬ, ਜਿਸ ਦੇ ਕੋਲ ਕੋਈ ਵੀ ਜਵਾਬ ਨਹੀਂ ਹੈ। ਤਾਂ ਇਹ ਸਾਰੇ ਸੀ ਤੁਹਾਡੇ ਅਗੇਤਰ। ਕਿਹੜੇ ਕਿਹੜੇ ਅਗੇਤਰਾਂ ਤੋਂ ਤੁਸੀਂ ਕਿਹੜੇ ਕਿਹੜੇ ਨਵੇਂ ਸ਼ਬਦ ਹੈ ਜਿਹੜੇ ਉਤਪੰਨ ਸ਼ਬਦ ਬਣਾ ਸਕਦੇ ਹੋ। ਅਖੀਰ ਦੇ ਵਿੱਚ ਕੁਝ MCQs ਦੀਆਂ ਉਦਾਹਰਨਾਂ ਦੇਖਦੇ ਹਾਂ, ਜਿਸ ਤਰੀਕੇ ਦੇ ਪ੍ਰਸ਼ਨ ਹੈ ਜਿਹੜੇ ਪ੍ਰੀਖਿਆ ਦੇ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਹੈ। ਜਿਵੇਂ ਸ਼ਾਕਾਰ ਉਤਪੰਨ ਸ਼ਬਦ ਕਿਹੜੀ ਸ਼੍ਰੇਣੀ ਵਿੱਚ ਆਉਂਦਾ ਹੈ? ਤਾਂ ਜੇਕਰ ਆਪਾਂ ਧਿਆਨ ਨਾਲ ਵੀਡੀਓ ਦੇਖੀਏ ਤਾਂ ਸ਼ਾਕਾਰ ਉਤਪੰਨ ਸ਼ਬਦ ਜੋ ਅਗੇਤਰ ਸ਼੍ਰੇਣੀ ਦੇ ਵਿੱਚ ਆਵੇਗਾ। ਇਸ ਤੋਂ ਬਾਅਦ ਹੈ ਅਨਰਥ ਸ਼ਬਦ ਦਾ ਅਗੇਤਰ ਲਿਖੋ ਜਾਂ ਚੁਣੋ। ਤਾਂ ਤੁਸੀਂ ਅਨਰਥ ਸ਼ਬਦ ਆਪਾਂ ਪੜ੍ਹਿਆ ਸੀ ਅਨ ਦੇ ਅਧੀਨ, ਤਾਂ ਅਨ ਜੋ ਸੀ ਉਹ ਅਗੇਤਰ ਸੀ ਅਨਰਥ ਦਾ, ਅਨ ਪਲੱਸ ਅਰਥ। ਇਸ ਤੋਂ ਬਾਅਦ ਬਦ ਅਗੇਤਰ ਤੋਂ ਸਹੀ ਸ਼ਬਦ ਚੁਣੋ। ਜਿਵੇਂ ਇੱਥੇ ਦਿੱਤੇ ਹੋਏ ਹੈ ਬਦਮਾਸ਼, ਬਦਾਮੀ, ਬਦਨੀਤੀ, ਬਦਲ। ਇਹਨਾਂ ਦੇ ਅੱਗੇ ਵੀ ਬਦ ਲੱਗਾ ਹੋਇਆ ਹੈ, ਪਰ ਜਦੋਂ ਤੁਸੀਂ ਦੇਖੋਗੇ ਕਿ ਬਦਮਾਸ਼ ਸ਼ਬਦ ਦਾ ਕੋਈ ਅਰਥ ਨਹੀਂ ਬਣ ਰਿਹਾ ਅਤੇ ਮੀਂਹ ਸ਼ਬਦ ਦਾ ਕੋਈ ਅਰਥ ਨਹੀਂ ਬਣ ਰਿਹਾ ਅਤੇ ਪਿੱਛੇ ਰਹਿ ਗਿਆ ਲੱਲਾ, ਇਹਦਾ ਕੋਈ ਅਰਥ ਨਹੀਂ ਬਣ ਰਿਹਾ। ਤਾਂ ਬਦ ਨੀਤੀ ਦਾ ਅਰਥ ਬਣਦਾ ਹੈ ਅਤੇ ਬਦ ਦਾ ਅਰਥ ਬਣਦਾ ਹੈ। ਇਸ ਤਰੀਕੇ ਦੇ ਨਾਲ ਇਹ ਸਹੀ ਹੋਏਗਾ। ਅਪ ਅਗੇਤਰ ਤੋਂ ਸਹੀ ਸ਼ਬਦ ਚੁਣੋ। ਉਸੇ ਤਰੀਕੇ ਦੇ ਨਾਲ ਹੀ ਤੁਸੀਂ ਪਿਛਲੇ ਜੋ ਸ਼ਬਦ ਹੈ ਅਪ ਤੋਂ ਬਾਅਦ ਵਾਲੇ ਉਹਨਾਂ ਨੂੰ ਅਲੱਗ ਕਰਕੇ ਦੇਖੋਗੇ। ਜੇਕਰ ਅਰਥ ਨਹੀਂ ਬਣਦਾ ਤਾਂ ਜੋ ਸ਼ਬਦ ਦਾ ਅਰਥ ਬਣਦਾ ਹੈ ਉਸ ਨੂੰ ਤੁਸੀਂ ਟਿਕ ਕਰੋ। ਕੋਈ ਵੀ ਜੋ ਅਗੇਤਰ ਦੇ ਨਾਲ ਸ਼ਬਦ ਬਣਾ ਕੇ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਤਰੀਕਾ ਇਹੀ ਹੈ ਪਛਾਣਨ ਦਾ, ਸਹੀ ਉੱਤਰ ਪਛਾਣਨ ਦਾ, ਕਿ ਤੁਸੀਂ ਦੋਨਾਂ ਨੂੰ ਅਲੱਗ ਕਰਕੇ ਦੇਖੋ। ਜੇਕਰ ਅਲੱਗ ਮੂਲ ਸ਼ਬਦ ਦਾ ਅਰਥ ਬਣ ਰਿਹਾ ਹੈ ਤਾਂ ਤੁਹਾਡਾ ਜੋ ਉੱਤਰ ਹੋਏਗਾ ਉਹ ਬਿਲਕੁਲ ਸਹੀ ਹੋਏਗਾ। ਤਾਂ ਇਹ ਸੀ ਅੱਜ ਦੀ ਵੀਡੀਓ, ਅੱਜ ਦਾ ਲੈਕਚਰ। ਉਮੀਦ ਹੈ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਜੇਕਰ ਕੁਝ ਨਹੀਂ ਸਮਝ ਪਤਾ ਲੱਗਿਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਵੀਡੀਓ ਦੇਖਣ ਦੇ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।